ਸਤਿ ਸ਼੍ਰੀ ਅਕਾਲ। ਮੈਂ ਹਾਂ ਸੁਖਵਿੰਦਰ ਸਿੰਘ ਸਿੱਧੂ। ਰੋਜ਼ਾਨਾ ਲੋਕਨਾਥ ਟੀਵੀ ਦਾ ਵਿਸ਼ੇਸ਼ ਪ੍ਰੋਗਰਾਮ ਲੁਕਮਾ ਸੱਚ ਦੇਖ ਰਹੇ ਹੋ ਤੁਸੀਂ। ਇਸ ਪ੍ਰੋਗਰਾਮ ਦੇ ਵਿੱਚ ਮੈਂ ਤੁਹਾਡਾ ਸਵਾਗਤ ਕਰਦਾ। ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੀ ਸਿਆਸਤ ਦੇ ਨਾਲ ਜੁੜੀਆਂ ਅਲੱਗ-ਅਲੱਗ ਖਬਰਾਂ ਦੀ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਕਰਾਂਗੇ ਕਿ ਆਮ ਆਦਮੀ ਪਾਰਟੀ ਨੇ ਆਪਣੇ ਹੀ ਜਿਸ ਮੰਤਰੀ ਨੂੰ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀਗਾ, ਉਹਨੇ ਵੱਡੇ ਖੁਲਾਸੇ ਕਰ ਦਿੱਤੇ ਨੇ। ਉਹਦੇ ਵਕੀਲ ਨੇ ਭਗਵੰਤ ਮਾਨ ਨੂੰ ਜਿਹੜਾ ਮੁਸ਼ਕਿਲਾਂ ਦੇ ਵਿੱਚ ਪਾ ਦਿੱਤਾ ਹੈ, ਭਗਵੰਤ ਮਾਨ ਨੂੰ ਫਸਾ ਕੇ ਰੱਖ ਦਿੱਤਾ ਹੈ। ਕੀ ਕੁਝ ਉਹਨੇ ਕਿਹਾ, ਕਿਵੇਂ ਭਗਵੰਤ ਮਾਨ ਨੂੰ ਮੁਸ਼ਕਿਲਾਤਾਂ ਦੇ ਵਿੱਚ ਉਹਨੇ ਪਾਇਆ ਹੈ, ਇਸ ਖਬਰ ਤੇ ਜਿਹੜੀ ਆ ਉਹ ਚਰਚਾ ਕਰਾਂਗੇ। ਨਾਲ ਹੀ ਨਾਲ ਜਿਹੜੀ ਹੈ ਉਹ ਗੱਲਬਾਤ ਭਾਰਤ ਭੂਸ਼ਣ ਆਸ਼ੂ ਦੇ ਬਾਰੇ ਵੀ ਕਰਾਂਗੇ। ਭਾਰਤ ਭੂਸ਼ਣ ਆਸ਼ੂ ਗ੍ਰਿਫਤਾਰੀ ਤੋਂ ਬਚਣ ਦੇ ਲਈ ਹਾਈ ਕੋਰਟ ਭੱਜੇ ਸੀ, ਪਰ ਹਾਈ ਕੋਰਟ ਦੇ ਵੱਲੋਂ ਜਿਹੜਾ ਝਟਕਾ ਭਾਰਤ ਭੂਸ਼ਣ ਆਸ਼ੂ ਨੂੰ ਦਿੱਤਾ ਗਿਆ ਕਿ ਹੁਣ ਗ੍ਰਿਫਤਾਰੀ ਭਾਰਤ ਭੂਸ਼ਣ ਆਸ਼ੂ ਦੀ ਹੋ ਸਕੇਗੀ ਜਾਂ ਨਹੀਂ, ਕੀ ਕੁਝ ਮਾਮਲਾ ਹੈ, ਇਸ ਤੇ ਗੱਲਬਾਤ ਕਰਾਂਗੇ। ਤਾਂ ਉਧਰ ਜਿਹੜੇ ਭ੍ਰਿਸ਼ਟਾਚਾਰ ਦੇ ਇਲਜ਼ਾਮਾਂ ਦੇ ਵਿੱਚ ਹੀ ਅੱਜ ਗ੍ਰਿਫਤਾਰ ਕੀਤੇ IAS ਪੋਪਲੀ ਤੇ ਉਹਦੇ ਜਿਹੜੇ ਕੁਝ ਜਿਹੜੇ ਉਹਨਾਂ ਦੇ ਨਾਲ ਕੰਮ ਕਰਦੇ ਲੋਕ ਸੀ, ਜਿਹੜਾ ਮੀਡੀਏਟਰ ਸੀਗਾ ਰਿਸ਼ਵਤ ਦਿਵਾਉਣ ਦੇ ਪੂਰੇ ਮਾਮਲੇ ਦੇ ਵਿੱਚ, ਉਹਨੂੰ ਵੀ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਉਹਦੇ ਵਿੱਚ ਕੀ ਪੂਰਾ ਮਾਮਲਾ, ਕੀ ਪੂਰੀ ਕਹਾਣੀ ਹੈ, ਕੀ ਕੁਝ ਵਾਪਰਿਆ, ਅੱਗੇ ਕੀ ਹੋਣ ਵਾਲਾ, ਇਸ ਤੇ ਗੱਲਬਾਤ ਜਿਹੜੀ ਆ ਉਹ ਕਰਾਂਗੇ। ਸਭ ਤੋਂ ਪਹਿਲਾਂ ਗੱਲਬਾਤ ਜਿਹੜੀ ਆ ਉਹ ਆਪਾਂ ਕਰ ਲੈਂਦੇ ਆ ਭਾਰਤ ਭੂਸ਼ਣ ਆਸ਼ੂ ਦੇ ਮਸਲੇ ਤੇ। ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਕੁਝ ਦਿਨ ਪਹਿਲਾਂ ਹਾਈ ਕੋਰਟ ਦੇ ਵਿੱਚ ਚਲੇ ਗਏ ਸੀਗੇ, ਕਿਉਂਕਿ ਉਹਨਾਂ ਨੂੰ ਡਰ ਸੀਗਾ ਕਿ ਕਿਤੇ ਮੈਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਉਹ ਗ੍ਰਿਫਤਾਰ ਨਾ ਕਰ ਲਵੇ। ਉਹਨਾਂ ਨੂੰ ਇਹ ਡਰ ਸੀਗਾ, ਤਾਂ ਉਹ ਗ੍ਰਿਫਤਾਰੀ ਤੋਂ ਬਚਣ ਦੇ ਲਈ ਹਾਈ ਕੋਰਟ ਚਲੇ ਗਏ, ਕਿਉਂਕਿ ਲਗਾਤਾਰ ਕਾਂਗਰਸ ਦੇ ਮੰਤਰੀਆਂ ਦੇ ਉੱਪਰ ਵਿਜੀਲੈਂਸ ਭਗਵੰਤ ਮਾਨ ਦੀ ਸਰਕਾਰ ਜਿਹੜੀ ਹੈ ਉਹ ਲਗਾਤਾਰ ਸ਼ਿਕੰਜਾ ਕੱਸ ਰਹੀ ਸੀ। ਪਹਿਲਾਂ ਜਿਹੜਾ ਧਰਮਸੋਤ ਨੂੰ ਗ੍ਰਿਫਤਾਰ ਕੀਤਾ ਗਿਆ, ਫਿਰ ਸੰਗਤ ਸਿੰਘ ਗਿਲਜੀਆਂ ਦਾ ਉਹਦੇ ਵਿੱਚ ਨਾਮ ਬੋਲਿਆ, ਫਿਰ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਤੇ ਭਾਰਤ ਭੂਸ਼ਣ ਆਸ਼ੂ ਦਾ ਜਿਹੜਾ ਨਾਮ ਬੋਲਿਆ। ਤਾਂ ਲੋਕਾਂ ਨੂੰ ਖਦਸ਼ਾ ਸੀ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਤੇ ਤ੍ਰਿਪਤ ਰਜਿੰਦਰ ਬਾਜਵਾ ਦੇ ਉੱਪਰ ਵੀ ਕੋਈ ਕਾਰਵਾਈ ਹੋ ਸਕਦੀ ਹੈ। ਹਾਲਾਂਕਿ ਤ੍ਰਿਪਤ ਰਜਿੰਦਰ ਬਾਜਵਾ ਦੇ ਬਾਰੇ ਤਾਂ ਕੁਝ ਪਤਾ ਨਹੀਂ ਲੱਗਿਆ ਕਿ ਉਹਨਾਂ ਨੇ ਅੱਗੇ ਕੀ ਕੀਤਾ, ਪਰ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਉਹ ਜ਼ਰੂਰ ਹਾਈ ਕੋਰਟ ਪਹੁੰਚ ਗਏ। ਉਹਨਾਂ ਨੇ ਉੱਥੇ ਜਾ ਕੇ ਅਪੀਲ ਕੀਤੀ ਕਿ ਭਾਈ ਮੇਰੀ ਜਿਹੜੀ ਆ ਉਹ ਗ੍ਰਿਫਤਾਰੀ ਕਰਨ ਤੋਂ ਪਹਿਲਾਂ, ਮੇਰੇ ਖਿਲਾਫ ਕਿਸੇ ਕਿਸਮ ਦੀ ਜਾਂਚ ਕਰਨ ਤੋਂ ਪਹਿਲਾਂ ਮੈਨੂੰ ਜਿਹੜਾ 7 ਦਿਨ ਦਾ ਨੋਟਿਸ ਦਿੱਤਾ ਜਾਵੇ। ਤੇ ਅਦਾਲਤ ਨੇ ਹਾਲੇ ਤੱਕ ਉਸ ਚੀਜ਼ ਤੇ ਕੋਈ ਫੈਸਲਾ ਨਹੀਂ ਸੁਣਾਇਆ। ਹਾਲੇ ਤੱਕ ਭਾਰਤ ਭੂਸ਼ਣ ਆਸ਼ੂ ਨੂੰ ਜਿਹੜੀ ਆ ਕੋਈ ਰਾਹਤ ਜਿਹੜੀ ਆ ਉਹ ਨਹੀਂ ਦਿੱਤੀ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਆ ਉਹ 6 ਜੁਲਾਈ ਕਰਨ ਦੀ ਗੱਲ ਕਹੀ ਹੈ। ਫਿਲਹਾਲ ਭਾਰਤ ਭੂਸ਼ਣ ਆਸ਼ੂ ਨੂੰ ਜਿਹੜੀ ਉਮੀਦ ਸੀ ਕਿ ਸ਼ਾਇਦ ਮੈਨੂੰ ਕੋਈ ਨਾ ਕੋਈ ਜਿਹੜੀ ਰਾਹਤ ਜ਼ਰੂਰ ਮਿਲ ਜਾਊਗੀ, ਪਰ ਰਾਹਤ ਤਾਂ ਨਹੀਂ ਮਿਲੀ ਤੇ ਅਦਾਲਤ ਨੇ 6 ਜੁਲਾਈ ਨੂੰ ਇਸ ਪੂਰੇ ਮਾਮਲੇ ਤੇ ਸੁਣਵਾਈ ਕਰਨ ਦੀ ਜਿਹੜੀ ਗੱਲ ਕਹੀ ਹੈ। ਭਾਰਤ ਭੂਸ਼ਣ ਆਸ਼ੂ ਨੂੰ ਖਦਸ਼ਾ ਹੈ ਕਿ ਉਹਨਾਂ ਨੂੰ ਗ੍ਰਿਫਤਾਰ ਜਿਹੜਾ ਉਹ ਕੀਤਾ ਜਾ ਸਕਦਾ। ਭਾਰਤ ਭੂਸ਼ਣ ਆਸ਼ੂ ਤੇ ਦੱਸ ਦਈਏ ਕਿ ਉਹ ਭਾਰਤ ਭੂਸ਼ਣ ਆਸ਼ੂ ਨੇ ਜਿਹੜੇ ਪਿਛਲੇ 5 ਸਾਲਾਂ ਦੀ ਕਾਂਗਰਸ ਸਰਕਾਰ ਦੇ ਅੰਦਰ ਜਿਹੜੇ ਹੈ ਲਗਾਤਾਰ ਜਿਹੜੇ ਵਿਵਾਦਾਂ ਦੇ ਵਿੱਚ ਰਹੇ, ਚਾਹੇ ਉਹ ਆਡੀਓ ਵਾਇਰਲ ਨੂੰ ਲੈ ਕੇ ਹੋਵੇ DSP ਸੇਖੋਂ ਦੇ ਨਾਲ, ਚਾਹੇ ਉਹ ਇੱਕ DO ਮੈਡਮ ਦੇ ਨਾਲ ਵੀਡੀਓ ਵਾਇਰਲ ਜ਼ਬਾਨ ਕਲਾਮੀ ਜਿਹੜੀ ਉੱਥੇ ਵਿਗੜੀ ਹੋਈ ਦਿਖਾਈ ਦਿੱਤੀ ਆਸ਼ੂ ਦੀ, ਜਿਹੜੀ ਉਹਨੂੰ ਲੈ ਕੇ ਵਿਵਾਦਾਂ ਦੇ ਵਿੱਚ ਰਹੇ ਹੋਣ, ਤੇ ਚਾਹੇ ਵੱਖ-ਵੱਖ ਭ੍ਰਿਸ਼ਟਾਚਾਰ ਦੇ ਇਲਜ਼ਾਮ ਉਹਨਾਂ ਤੇ ਲੱਗੇ ਹੋਣ। ਵੱਖ-ਵੱਖ ਇਲਜ਼ਾਮਾਂ ਦੇ ਵਿੱਚ ਆਸ਼ੂ ਜਿਹੜੇ ਆ ਪਿਛਲੇ 5 ਸਾਲਾਂ ਦੇ ਵਿੱਚ ਘਿਰਦੇ ਰਹੇ ਆ। ਲਗਾਤਾਰ ਉਹਨਾਂ ਦੇ ਖਿਲਾਫ ਧਰਨੇ ਪ੍ਰਦਰਸ਼ਨ ਵੀ ਹੁੰਦੇ ਰਹੇ ਆ, ਲਗਾਤਾਰ ਵਿਵਾਦਾਂ 'ਚ ਰਹੇ ਨੇ, ਪਰ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਕੋਈ ਵੀ ਕਿਸੇ ਕਿਸਮ ਦੀ ਕਾਰਵਾਈ ਜਿਹੜੀ ਆ ਉਹ ਨਹੀਂ ਹੋਈ। ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਆਵਾਜ਼ ਚੁੱਕਣ ਵਾਲਿਆਂ ਤੇ ਜ਼ਰੂਰ ਜਿਹੜੀ ਕਾਰਵਾਈ ਹੁੰਦੀ ਰਹੀ ਹੈ, ਪਰ ਭਾਰਤ ਭੂਸ਼ਣ ਆਸ਼ੂ ਨੂੰ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਲਾਡਲਾ ਮੰਤਰੀ ਬਣਾ ਕੇ ਰੱਖਿਆ ਹੋਇਆ ਸੀ ਤੇ ਹਰ ਵਕਤ ਕਲੀਨ ਚਿੱਟ ਜਿਹੜੀ ਆ ਕੈਪਟਨ ਅਮਰਿੰਦਰ ਸਿੰਘ ਦੇ ਜੇਬ ਦੇ ਵਿੱਚ ਰਹਿੰਦੀ ਸੀ। ਤੇ ਕਈ ਵਾਰੀ ਕਲੀਨ ਚਿੱਟ ਉਹਨਾਂ ਨੇ ਭਾਰਤ ਭੂਸ਼ਣ ਆਸ਼ੂ ਨੂੰ ਤੇ ਕਈ ਵਾਰੀ ਕੁਝ ਹੋਰ ਮੰਤਰੀਆਂ ਨੂੰ ਵੀ ਜਿਹੜੀ ਉਹ ਕਲੀਨ ਚਿੱਟ ਦਿੱਤੀ ਹੈ। ਔਰ ਸ਼ਾਇਦ ਉਸੇ ਕਰਕੇ ਹੀ ਕਾਂਗਰਸ ਨੂੰ 2022 ਦੀਆਂ ਚੋਣਾਂ ਦੇ ਅੰਦਰ ਖਮਿਆਜਾ ਜਿਹੜਾ ਉਹ ਭੁਗਤਣਾ ਪਿਆ ਤੇ ਕਰਾਰੀ ਜਿਹੜੀ ਹਾਰ ਕਾਂਗਰਸ ਦੀ ਹੋਈ। ਭਾਰਤ ਭੂਸ਼ਣ ਆਸ਼ੂ ਦੀ ਵੀ ਜਿਹੜੀ ਹੈ ਉਹ ਹਾਰ ਹੋਈ ਲੁਧਿਆਣੇ ਦੇ ਵਿੱਚ, ਜਦ ਕਿ ਭਾਰਤ ਭੂਸ਼ਣ ਆਸ਼ੂ ਕਿਹਾ ਜਾਂਦਾ ਕਿ ਆਪਣੇ ਆਪ ਨੂੰ ਲੁਧਿਆਣੇ ਜ਼ਿਲ੍ਹੇ ਦਾ ਮੁੱਖ ਮੰਤਰੀ ਜਿਹੜੇ ਆ ਉਹ ਸਮਝਦੇ ਸੀ, ਪਰ ਜਿਸ ਤਰੀਕੇ ਦੀ ਹਾਰ ਹੋਈ ਹੈ ਉਹ ਸਾਫ਼ ਕਰਦਾ ਹੈ ਕਿ ਜਿਹੜੇ ਇਲਜ਼ਾਮ ਉਹਨਾਂ ਤੇ ਲੱਗਦੇ ਸੀ ਕਿਤੇ ਨਾ ਕਿਤੇ ਕੋਈ ਨਾ ਕੋਈ ਗੱਲ ਤਾਂ ਉਹਨਾਂ ਇਲਜ਼ਾਮਾਂ ਦੇ ਵਿੱਚ ਜ਼ਰੂਰ ਸੀਗੀ। ਤਾਂ ਹੁਣ ਭਾਰਤ ਭੂਸ਼ਣ ਆਸ਼ੂ
ਡਰਦੇ ਹੋਏ ਤਾਂ ਜ਼ਰੂਰ ਹਾਈ ਕੋਰਟ ਦੇ ਵੱਲ ਭੱਜੇ ਨੇ, ਪਰ ਉਹਨਾਂ ਨੂੰ ਰਾਹਤ ਕੋਈ ਨਹੀਂ ਮਿਲੀ। ਇੱਥੇ ਗੱਲ ਇਹ ਵੀ ਹੈ ਕਿ ਜੇ ਭਾਰਤ ਭੂਸ਼ਣ ਆਸ਼ੂ ਵਾਕਈ ਜਿਹੜੇ ਆ ਉਹ ਸੱਚੇ ਨੇ ਤਾਂ ਫਿਰ ਉਹਨਾਂ ਨੂੰ ਭੱਜਣ ਦੀ ਲੋੜ ਕੀ ਹੈ? ਜੇ ਜਾਂਚ ਹੁੰਦੀ ਵੀ ਹੈ ਤੇ ਫਿਰ ਉਹਨਾਂ ਨੂੰ ਪ੍ਰੋਬਲਮ ਕੀ ਹੈ? ਕਿਉਂਕਿ ਇੱਥੇ ਧਰਮਸੋਤ ਦੀ ਜੇ ਮੈਂ ਗੱਲ ਕਰਾਂ, ਧਰਮਸੋਤ ਜਦੋਂ ਗ੍ਰਿਫਤਾਰ ਕੀਤਾ ਜਾਣਾ ਸੀ ਉਹਨਾਂ ਨੂੰ, ਤਾਂ ਧਰਮਸੋਤ ਨੂੰ ਪੁੱਛਿਆ ਗਿਆ ਕਿ ਭਾਈ ਤੁਹਾਡੇ ਖਿਲਾਫ ਆਹ ਚੀਜ਼ ਜਿਹੜੀ ਚੱਲ ਰਹੀ ਹੈ, ਉਹ ਕਹਿੰਦੇ ਮੈਨੂੰ ਕੋਈ ਡਰ ਨਹੀਂ, ਜਿਸ ਕਿਸਮ ਦੀ ਮਰਜ਼ੀ ਜਿਹੜੀ ਆ ਉਹ ਜਾਂਚ ਕਰ ਲੈਣ। ਤਾਂ ਜਦੋਂ ਉਹਨਾਂ ਨੇ ਇਹ ਗੱਲ ਕਹੀ, ਇੱਕ ਵਾਰੀ ਤਾਂ ਲੋਕਾਂ ਨੂੰ ਲੱਗਿਆ ਕਿ ਸ਼ਾਇਦ ਧਰਮਸੋਤ ਨੇ ਕੁਝ ਗਲਤ ਨਹੀਂ ਕੀਤਾ। ਤੇ ਜੇ ਗਲਤ ਕੀਤੇ ਹੋਏ ਬੰਦੇ ਨੇ ਇਹ ਗੱਲਾਂ ਕਹਿਤੀਆਂ ਕਿ ਭਾਈ ਮੇਰੇ ਖਿਲਾਫ ਜੇ ਕਿਸੇ ਕਿਸਮ ਦੀ ਜਾਂਚ ਹੁੰਦੀ ਹੈ ਤਾਂ ਹੋ ਲੈਣ ਦਿਓ, ਤਾਂ ਫਿਰ ਭਾਰਤ ਭੂਸ਼ਣ ਆਸ਼ੂ ਜੀ, ਜੇ ਤੁਸੀਂ ਕੁਝ ਕੀਤਾ ਹੀ ਨਹੀਂ ਤਾਂ ਫਿਰ ਤੁਸੀਂ ਇਹ ਗੱਲਾਂ ਕਿਉਂ ਨਹੀਂ ਕਹਿ ਸਕਦੇ? ਤੁਹਾਨੂੰ ਕਿਉਂ ਭੱਜਣਾ ਪੈ ਗਿਆ ਹਾਈ ਕੋਰਟ ਦੇ ਵੱਲ? ਔਰ ਦੂਜੀ ਗੱਲ ਇਹ ਹੈ ਕਿ ਭਾਰਤ ਭੂਸ਼ਣ ਆਸ਼ੂ ਇਸ ਵਕਤ ਕਾਂਗਰਸ ਦੇ ਵੱਡੇ ਅਹੁਦੇ ਤੇ ਨੇ। ਭਾਰਤ ਭੂਸ਼ਣ ਆਸ਼ੂ ਦੇ ਜਿਹੜੀ ਜ਼ਿੰਮੇਵਾਰੀ ਹੈ ਉਹ ਕਾਰਜਕਾਰੀ ਪ੍ਰਧਾਨ ਦੀ ਹੈ। ਰਾਜਾ ਵੜਿੰਗ ਜਿਹੜੇ ਉਹ ਪ੍ਰਧਾਨ ਨੇ ਔਰ ਭਾਰਤ ਭੂਸ਼ਣ ਆਸ਼ੂ ਜਿਹੜੇ ਆ ਕਾਰਜਕਾਰੀ ਪ੍ਰਧਾਨ ਨੇ। ਉਧਰੋਂ ਸੰਗਰੂਰ ਜਿਮਨੀ ਚੋਣ ਚੱਲ ਰਹੀ ਹੈ। ਜੇ ਮੈਂ ਗਲਤ ਨਹੀਂ ਆ ਤਾਂ ਜਿੱਦਣ ਦੀ ਸੰਗਰੂਰ ਜਿਮਨੀ ਚੋਣ ਸ਼ੁਰੂ ਹੋਈ ਹੈ ਤੇ ਜਿੱਦਣ ਦੇ ਭਾਰਤ ਭੂਸ਼ਣ ਆਸ਼ੂ ਦੇ ਉੱਪਰ ਲਗਾਮ ਕਸਣ ਦੀ ਜਿਹੜੀ ਗੱਲ ਕਹੀ ਗਈ ਹੈ, ਸ਼ਿਕੰਜਾ ਕਸਣ ਦੀ ਗੱਲ ਕਹੀ ਗਈ ਹੈ, ਉਸੇ ਦਿਨ ਤੋਂ ਭਾਰਤ ਭੂਸ਼ਣ ਆਸ਼ੂ ਇੱਕ ਤਾਂ ਦਿਖਾਈ ਵੀ ਘੱਟ ਦੇ ਰਹੇ ਨੇ ਤੇ ਦੂਜਾ ਭਾਰਤ ਭੂਸ਼ਣ ਆਸ਼ੂ ਦਾ ਕੋਈ ਬਿਆਨ ਵੀ ਬਹੁਤਾ ਨਹੀਂ ਆ ਰਿਹਾ, ਜਿਸ ਤੋਂ ਸਾਫ਼ ਇੱਦਾਂ ਲੱਗ ਰਿਹਾ ਕਿ ਸ਼ਾਇਦ ਜਿਹੜਾ ਉਹ ਡਰਦੇ ਹੋਏ ਦਿਖਾਈ ਦੇ ਰਹੇ ਨੇ। ਤਾਂ ਸਵਾਲ ਜ਼ਰੂਰ ਖੜੇ ਹੁੰਦੇ ਨੇ ਕਿ ਜੇਕਰ ਭਾਰਤ ਭੂਸ਼ਣ ਆਸ਼ੂ ਨੂੰ ਕੋਈ ਡਰ ਨਹੀਂ ਤਾਂ ਫਿਰ ਉਹ ਹਾਈ ਕੋਰਟ ਵਾਲੇ ਪਾਸੇ ਭੱਜਦੇ ਕਿਉਂ ਨੇ? ਪਰ ਫਿਲਹਾਲ ਜਿਹੜੀ ਆ ਉਹਨਾਂ ਨੂੰ ਕੋਈ ਰਾਹਤ ਕੋਰਟ ਦੇ ਵੱਲੋਂ ਨਹੀਂ ਦਿੱਤੀ ਗਈ। ਇਹ ਵੀ ਹੋ ਸਕਦਾ ਹੈ ਕਿ 23 ਜੂਨ ਤੋਂ ਬਾਅਦ, ਕਿਉਂਕਿ ਭਗਵੰਤ ਮਾਨ ਨੇ ਸਾਫ਼ ਤੌਰ ਤੇ ਇਸ਼ਾਰਾ ਆਪਣੇ ਮੰਤਰੀਆਂ ਨੂੰ ਵੀ ਕਰ ਦਿੱਤਾ ਹੈ, ਆਪਣੀਆਂ ਟੀਮਾਂ ਜਿਹੜੀਆਂ ਜਾਂਚ ਕਰ ਰਹੀਆਂ ਨੇ ਵੱਖ-ਵੱਖ ਮਾਮਲਿਆਂ ਦੇ ਵਿੱਚ, ਵੱਖ-ਵੱਖ ਮੰਤਰੀਆਂ ਦੀਆਂ, ਉਹਨਾਂ ਨੂੰ ਵੀ ਇਸ਼ਾਰਾ ਕਰ ਦਿੱਤਾ ਹੈ ਕਿ ਭਾਈ 23 ਜੂਨ ਤੋਂ ਬਾਅਦ ਜਾਂਚ ਜਿਹੜੀ ਆ ਉਹ ਹੋਰ ਤੇਜ਼ ਕਰ ਦਿੱਤੀ ਜਾਵੇ। ਤਾਂ 6 ਜੁਲਾਈ ਕੋਰਟ ਨੇ ਇਸ ਪੂਰੇ ਮਾਮਲੇ ਦੀ ਤਰੀਕ ਰੱਖੀ ਹੈ, ਉਹ ਤੇ ਸੁਣਵਾਈ ਹੋਣੀ ਹੈ। ਹਾਲਾਂਕਿ ਉਸ ਦਿਨ ਵੀ ਕੋਈ ਰਾਹਤ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਤਾਂ ਸਮੇਂ ਦੀ ਗਰਭਤ ਹੈ, ਪਰ 23 ਜੂਨ ਤੋਂ ਲੈ ਕੇ 6 ਜੁਲਾਈ ਤੱਕ ਭਾਰਤ ਭੂਸ਼ਣ ਆਸ਼ੂ ਦੇ ਲਈ ਦਿਨ ਜਿਹੜੇ ਮਾੜੇ ਸਾਬਤ ਹੋ ਸਕਦੇ ਆ। ਕਿਸੇ ਵੀ ਸਮੇਂ ਕਿਸੇ ਵੀ ਟਾਈਮ ਭਾਰਤ ਭੂਸ਼ਣ ਆਸ਼ੂ ਨੂੰ ਹੋ ਸਕਦਾ ਹੈ ਕਿ ਗ੍ਰਿਫਤਾਰ ਕਰ ਲਿਆ ਜਾਵੇ। ਤੇ ਉਧਰ ਭਾਰਤ ਭੂਸ਼ਣ ਆਸ਼ੂ ਵੀ ਜਿਹੜੇ ਆ ਉਹ ਡਰੇ ਹੋਏ ਦਿਖਾਈ ਦੇ ਰਹੇ ਨੇ ਔਰ ਉਮੀਦ ਇਹ ਹੈ ਕਿ 23 ਜੂਨ ਤੋਂ ਬਾਅਦ ਕੁਝ ਹੋਰ ਜਿਹੜੇ ਭ੍ਰਿਸ਼ਟ ਮੰਤਰੀ ਹੈ ਜਿਨ੍ਹਾਂ ਨੇ ਪੰਜਾਬ ਨੂੰ ਖੂਬ ਲੁੱਟਿਆ ਖਸੁੱਟਿਆ, ਉਹਨਾਂ ਦੇ ਖਿਲਾਫ ਜਿਹੜੀ ਭਗਵੰਤ ਮਾਨ ਸਰਕਾਰ ਹੈ ਉਹ ਜ਼ਰੂਰ ਕਾਰਵਾਈ ਕਰਦੀ ਨਜ਼ਰ ਆਊਗੀ। ਔਰ ਦੇਖਣ ਵਾਲੀ ਗੱਲ ਹੈ ਕਿ 23 ਜੂਨ ਤੋਂ 6 ਜੁਲਾਈ ਤੱਕ ਦਾ ਜਿਹੜਾ ਸਮਾਂ ਭਾਰਤ ਭੂਸ਼ਣ ਆਸ਼ੂ ਦਾ ਕਿਵੇਂ ਲੰਘਦਾ, ਇਹ ਗੱਲ ਜਿਹੜੀ ਜ਼ਰੂਰ ਦੇਖਣ ਵਾਲੀ ਹੋਊਗੀ। ਦੇਖਣਾ ਪਊਗਾ ਕਿ 6 ਜੁਲਾਈ ਤੱਕ ਜਿਹੜਾ ਭਾਰਤ ਭੂਸ਼ਣ ਆਸ਼ੂ ਨੂੰ ਜਿਹੜੀ ਸੁਣਵਾਈ ਤੱਕ ਪਹੁੰਚਣ ਦਿੱਤਾ ਜਾਊਗਾ ਜਾਂ ਫਿਰ ਭਗਵੰਤ ਮਾਨ ਸਰਕਾਰ 23 ਜੂਨ ਤੋਂ ਲੈ ਕੇ 6 ਜੁਲਾਈ ਤੱਕ ਦੇ ਸਮੇਂ ਦਾ ਲਾਹਾ ਚੁੱਕਦੀ ਹੋਈ ਉਸ ਤੋਂ ਪਹਿਲਾਂ ਭਾਰਤ ਭੂਸ਼ਣ ਆਸ਼ੂ ਨੂੰ ਜਿਹੜਾ ਉਹ ਕਿਸੇ ਮਾਮਲੇ ਦੇ ਵਿੱਚ ਗ੍ਰਿਫਤਾਰ ਕਰ ਸਕਦੀ ਹੈ ਜਾਂ ਨਹੀਂ ਕਰ ਸਕਦੀ। ਇਹ ਜਿਹੜੀ ਗੱਲਬਾਤ ਇਸ ਵਕਤ ਸਮੇਂ ਦੇ ਗਰਭ ਦੇ ਵਿੱਚ ਜਿਹੜੀ ਆ ਉਹ ਹੈਗੀ ਆ। ਅਗਲੀ ਖਬਰ ਦੀ ਜੇ ਮੈਂ ਗੱਲਬਾਤ ਕਰਾਂ, ਅਗਲੀ ਖਬਰ ਜਿਹੜੀ ਹੈ ਉਹ IAS ਪੋਪਲੀ ਦੇ ਨਾਲ ਜੁੜੀ ਹੋਈ ਹੈ। IAS ਪੋਪਲੀ ਜਿਹੜੇ ਆ ਉਹ IAS ਅਧਿਕਾਰੀ 2008 ਬੈਚ ਦੇ ਜਿਹੜੇ ਆ ਉਹ ਦੱਸੇ ਜਾ ਰਹੇ ਨੇ ਔਰ ਉਹਨਾਂ ਦੇ ਉੱਪਰ ਜਿਹੜਾ ਇਲਜ਼ਾਮ ਉਹੀ ਹੈ ਜਿਸ ਕਿਸਮ ਦੇ ਇਲਜ਼ਾਮ ਜਿਹੜੇ ਆ ਉਹ ਵਿਜੇ ਸਿੰਗਲਾ ਮੰਤਰੀ ਦੇ ਉੱਪਰ ਜਿਹੜੇ ਆ ਉਹ ਲੱਗੇ ਸੀ। ਪਹਿਲਾਂ ਪਤਾ ਲੱਗਿਆ ਕਿ ਜਿਹੜੇ IAS ਅਧਿਕਾਰੀ ਨੇ ਇਹਨਾਂ ਦੇ ਉੱਪਰ ਜਿਹੜੀ ਸ਼ਿਕਾਇਤ ਕੀਤੀ ਹੈ ਉਹ ਹਰਿਆਣਾ ਦੇ ਇੱਕ ਠੇਕੇਦਾਰ ਨੇ, ਸੰਜੇ ਕੁਮਾਰ ਜਿਨ੍ਹਾਂ ਦਾ ਨਾਮ ਹੈ, ਕਰਨਾਲ ਦੇ ਉਹ ਰਹਿਣ ਵਾਲੇ ਨੇ, 45 ਸਾਲਾ ਜਿਹੜੇ ਉਹ ਹੈਗੇ ਨੇ ਔਰ ਉਹਨਾਂ ਨੇ ਸੀਵਰੇਜ ਮੇਨਟੇਨੈਂਸ ਔਰ ਵਾਟਰ ਸਪਲਾਈ ਦੇ ਲਈ ਟੈਂਡਰ ਅਪਲਾਈ ਜਿਹੜਾ ਉਹ ਕੀਤਾ ਸੀ। ਉਹਨਾਂ ਨੂੰ 12 ਜਨਵਰੀ ਨੂੰ 7.5 ਕਰੋੜ ਦਾ ਜਿਹੜਾ ਟੈਂਡਰ ਉਹ ਨਿਕਲਿਆ ਸੀ। ਸਾਰੀਆਂ ਸ਼ਰਤਾਂ ਪੂਰੀਆਂ ਹੋਣ ਤੋਂ ਬਾਅਦ ਉਹਨਾਂ ਦੇ ਨਾਮ ਜਿਹੜਾ ਉਹ ਟੈਂਡਰ ਹੋਇਆ ਸੀ, ਪਰ ਕਿਹਾ ਜਾ ਰਿਹਾ ਹੈ ਕਿ ਰਕਮ ਸਾਰੀਆਂ ਸ਼ਰਤਾਂ ਪੂਰੀਆਂ ਹੋਣ ਦੇ ਬਾਵਜੂਦ ਵੀ ਰਕਮ ਜਿਹੜੀ ਉਹਨਾਂ ਨੂੰ ਪਾਉਣ ਦੇ ਲਈ ਪਹਿਲਾਂ 7% ਦੀ ਗੱਲ ਹੋਈ ਕਿ 7.5 ਕਰੋੜ ਦੇ ਵਿੱਚੋਂ ਸਾਨੂੰ 7% ਜਿਹੜਾ ਕਮਿਸ਼ਨ ਦਿੱਤਾ ਜਾਵੇ। ਫਿਰ ਕਹਿੰਦੇ ਗੱਲ 5 ਤੇ ਆ ਗਈ, ਫਿਰ 4 ਤੇ, ਫਿਰ 2 ਤੇ ਆਖਰਕਾਰ ਫਿਰ ਕਹਿੰਦੇ 1% ਕਮਿਸ਼ਨ ਦੇ ਉੱਪਰ ਜਿਹੜੀ ਕਹਿੰਦੇ ਗੱਲਬਾਤ ਜਿਹੜੀ ਰੋਕੀ ਕਿ ਭਾਈ ਚਲੋ ਸਾਨੂੰ ਇੱਕ ਕਮਿਸ਼ਨ ਜਿਹੜਾ 1% ਹੀ ਜਿਹੜਾ ਉਹ ਕਹਿੰਦੇ ਦੇ ਦਿਓ। ਬਾਅਦ ਦੇ ਵਿੱਚ ਕਹਿੰਦੇ 3.5 ਲੱਖ ਰੁਪਈਆ ਜਿਹੜਾ ਉਹ ਇਹਨਾਂ ਨੂੰ ਐਡਵਾਂਸ ਵੀ ਦਿੱਤਾ ਜਾ ਚੁੱਕਿਆ ਸੀ। ਇਹਨਾਂ ਦਾ ਇੱਕ ਮੀਡੀਏਟਰ ਸੀਗਾ
ਜਿਹਨੂੰ ਸੰਦੀਪ ਬਾਟਸ ਜਿਹੜਾ ਉਹਦਾ ਨਾਮ ਦੱਸਿਆ ਜਾ ਰਿਹਾ ਕਿ ਇਹ ਮੀਡੀਏਟਰ ਸੀਗਾ, ਇਹ ਜ਼ਰੂਰ ਇਹਨਾਂ ਦੋਵਾਂ ਦੇ ਵਿੱਚ ਸੌਦੇਬਾਜ਼ੀ ਜਿਹੜਾ ਉਹ ਕਰਵਾ ਰਿਹਾ ਸੀਗਾ। ਤਾਂ ਕਹਿੰਦੇ ਇਹਨਾਂ ਨੇ ਕਿਹਾ ਕਿ ਠੀਕ ਆ, ਤੁਸੀਂ 3.5 ਲੱਖ ਰੁਪਈਆ ਸਾਡੇ ਤੋਂ ਲੈ ਲਿਆ ਤੇ 3.5 ਲੱਖ ਅਸੀਂ ਤੁਹਾਨੂੰ ਜਦੋਂ ਸਾਡੀ ਰਕਮ ਸਾਨੂੰ ਤੁਸੀਂ ਪਾ ਦਿਓਗੇ 7.5 ਕਰੋੜ ਰੁਪਈਆ, ਤਾਂ ਉਦੋਂ ਬਾਅਦ ਚੋਂ ਅਸੀਂ ਤੁਹਾਨੂੰ ਦੇ ਦਿਆਂਗੇ। ਇਹ ਜਿਹੜੀ ਗੱਲ ਉਹ ਕਹਿੰਦੇ ਦਿਖਾਈ ਦਿੱਤੇ। ਤੇ ਉਸ ਤੋਂ ਬਾਅਦ ਕਹਿੰਦੇ ਕਿ ਬਾਟਸ ਜਿਹੜੇ ਨੇ, ਸੰਦੀਪ ਬਾਟਸ ਔਰ ਨਾਲ ਪੋਪਲੀ ਜਿਹੜੇ ਆ ਉਹ IAS ਅਧਿਕਾਰੀ ਲਗਾਤਾਰ ਕਹਿੰਦੇ ਉਹਨਾਂ ਨੂੰ ਧਮਕਾਉਂਦੇ ਰਹੇ ਕਿ ਸਾਨੂੰ ਤੁਸੀਂ ਪਹਿਲਾਂ ਜਿਹੜੇ ਆ ਉਹ ਪੈਸੇ ਦਿਓ, ਨਹੀਂ ਤਾਂ ਫਿਰ ਦੂਜੇ ਵੀ ਪੈਸੇ ਹਲੇ ਨਹੀਂ ਪੈਣਗੇ। ਇਸ ਤਰੀਕੇ ਦੇ ਨਾਲ ਉਹਨਾਂ ਨੂੰ ਡਰਾਉਂਦੇ ਧਮਕਾਉਂਦੇ ਜਿਹੜੇ ਆ ਉਹ ਰਹੇ ਨੇ। ਉਸ ਤੋਂ ਬਾਅਦ ਪਤਾ ਲੱਗਿਆ ਕਿ ਸੈਕਟਰ 20 ਦੇ ਵਿੱਚ ਚੰਡੀਗੜ੍ਹ ਦੇ ਵਿੱਚ ਇੱਕ ਵੀਡੀਓ ਬਣਾਈ ਗਈ ਜਿਹਦੇ ਵਿੱਚ ਮੀਡੀਏਟਰ ਦੇ ਨਾਲ ਸੰਜੇ ਕੁਮਾਰ ਕਹਿੰਦੇ ਗੱਲ ਕਰਦੇ ਦਿਖਾਈ ਦਿੱਤੇ। ਉਸ ਵੀਡੀਓ ਕਹਿੰਦੇ 17 ਮਿੰਟ ਦੀ ਉਹ ਵੀਡੀਓ ਕਲਿੱਪ ਹੈਗੀ ਆ, ਉਹਦੇ ਵਿੱਚ ਗੱਲਬਾਤ ਕਰਦੇ ਦਿਖਾਈ ਦਿੱਤੇ ਨੇ ਕਈ ਕਿਸਮ ਦੀ ਕਿ ਜੇ ਤੁਸੀਂ ਸਾਨੂੰ ਪੈਸੇ ਨਹੀਂ ਪੂਰੇ ਦਿੰਦੇ ਤਾਂ ਸਾਡਾ ਵੀ ਉੱਪਰ ਜਿਹੜਾ ਹਿਸਾਬ ਕਿਤਾਬ ਰੁਕ ਜਾਂਦਾ ਹੈ, ਸਾਨੂੰ ਵੀ ਜਿਹੜੇ ਉਹ ਪੈਸੇ ਜਿਹੜੇ ਇਸ਼ੂ ਨਹੀਂ ਹੋਣੇ। ਅਜਿਹੀਆਂ ਗੱਲਾਂ ਬਾਤਾਂ ਕਰਦੇ ਜਿਹੜੇ ਦਿਖਾਈ ਦਿੱਤੇ। ਉਸ ਤੋਂ ਬਾਅਦ ਇਹ ਜਿਹੜੀ ਵੀਡੀਓ ਹੈ ਐਂਟੀ ਕਰਪਸ਼ਨ ਸੈੱਲ ਨੂੰ ਸੰਜੇ ਕੁਮਾਰ ਦੇ ਵੱਲੋਂ ਜਿਹੜੀ ਉਹ ਦਿੱਤੀ ਜਾਂਦੀ ਹੈ, ਉਹਦੀ ਪੂਰੀ ਤਰੀਕੇ ਦੇ ਨਾਲ ਪੜਤਾਲ ਹੁੰਦੀ ਹੈ ਤੇ ਫਿਰ ਉਹਨਾਂ ਦੇ ਖਿਲਾਫ ਜਿਹੜੀ FIR ਦਰਜ ਕਰ ਲਈ ਜਾਂਦੀ ਹੈ ਤੇ ਉਹ FIR ਦਰਜ ਕਰਕੇ ਫਿਰ ਜਿਹੜਾ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਤੇ ਹੁਣ ਤੋਂ ਥੋੜ੍ਹੀ ਦੇਰ ਪਹਿਲਾਂ ਹੀ ਮੋਹਾਲੀ ਦੀ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਸੀਗਾ ਔਰ ਉੱਥੋਂ ਉਹਨਾਂ ਦਾ 4 ਦਿਨ ਦਾ ਰਿਮਾਂਡ ਜਿਹੜਾ ਮਿਲਿਆ। ਹੁਣ 4 ਦਿਨ ਜਿਹੜੀ ਆ ਪੰਜਾਬ ਪੁਲਿਸ IAS ਪੋਪਲੀ ਅਤੇ ਉਹਨਾਂ ਦੇ ਜਿਹੜੇ ਮੀਡੀਏਟਰ ਨੇ ਸੰਦੀਪ ਬਾਟਸ ਉਹਨਾਂ ਨੂੰ ਜਿਹੜੀ ਆ ਉਹ ਰਿੜਕੇਗੀ ਔਰ ਹੋਰ ਵੀ ਬਹੁਤ ਸਾਰੇ ਖੁਲਾਸੇ ਹੋਣ ਦੀ ਇਹਦੇ ਵਿੱਚ ਉਮੀਦ ਹੈ। ਔਰ ਇਹ ਵੀ ਦੱਸ ਦਈਏ ਕਿ ਇਹ ਮਾਮਲਾ 12 ਜਨਵਰੀ ਦਾ, ਯਾਨੀ ਭਾਵ ਕਿ ਉਸ ਟਾਈਮ ਕਾਂਗਰਸ ਦੀ ਜਿਹੜੀ ਸਰਕਾਰ ਸੀ ਔਰ ਉਮੀਦ ਇਹ ਵੀ ਕੀਤੀ ਜਾ ਰਹੀ ਹੈ ਕਿ ਹੋ ਸਕਦਾ ਹੈ ਕਿ IAS ਪੋਪਲੀ ਤੋਂ ਕੁਝ ਵੱਡੇ ਖੁਲਾਸੇ ਹੋ ਸਕਦੇ ਹੋਣ। ਇਹਦੇ ਵਿੱਚ ਕੁਝ ਕਾਂਗਰਸੀ ਲੀਡਰ ਜਾਂ ਫਿਰ ਕੁਝ ਹੋਰ ਵੱਡੇ ਅਫਸਰ ਜਿਹੜੇ ਆ ਉਹ ਰਗੜੇ ਜਾ ਸਕਦੇ ਆ। ਹੁਣ 4 ਦਿਨ ਪੰਜਾਬ ਪੁਲਿਸ ਜਿਹੜੀ ਆ ਉਹ ਰਿੜਕੂਗੀ IAS ਪੋਪਲੀ ਨੂੰ ਤੇ ਰਿੜਕਣ ਤੋਂ ਬਾਅਦ ਜੋ ਕੁਝ ਮਾਮਲੇ ਜਿਹੜੇ ਆ ਉਹ ਸਾਹਮਣੇ ਆਉਣਗੇ ਉਹਦੇ ਵਿੱਚੋਂ ਪਤਾ ਲੱਗੂਗਾ ਕਿ IAS ਪੋਪਲੀ ਨੇ ਕਿਹਦੇ ਨਾਲ ਜਿਹੜੀਆਂ ਇਹ ਲੀਲਾ ਰਚੀਆਂ ਨੇ, ਕਿ IAS ਪੋਪਲੀ ਇਕੱਲੇ ਹੀ ਜਿਹੜੇ ਆ ਉਹ ਖਾਂਦੇ ਸੀਗੇ ਜਾਂ ਫਿਰ ਆਪਾਂ ਕਹਿ ਦਈਏ ਕਿ ਅੱਗੇ ਵੀ ਜਿਹੜੀ ਆ ਹਿੱਸਾ ਪੱਤੀ ਉਹ ਪਹੁੰਚਾਉਂਦੇ ਰਹੇ ਨੇ। ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਹੁਣ 4 ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਜਿਹੜੀਆਂ ਉਹ ਪਤਾ ਲੱਗ ਜਾਣਗੀਆਂ। ਫਿਲਹਾਲ 4 ਦਿਨ ਦਾ ਰਿਮਾਂਡ IAS ਪੋਪਲੀ ਦਾ ਮਿਲ ਚੁੱਕਿਆ ਪੰਜਾਬ ਪੁਲਿਸ ਨੂੰ। ਔਰ ਅਗਲੀ ਬਹੁਤ ਹੀ ਅਹਿਮ ਖਬਰ, ਜਿਹੜੇ ਆਮ ਆਦਮੀ ਪਾਰਟੀ ਦੇ ਮੰਤਰੀ ਵਿਜੇ ਸਿੰਗਲਾ ਮਾਨਸਾ ਤੋਂ ਜਿੱਤੇ ਸੀ, ਸਿੱਧੂ ਮੂਸੇਵਾਲਾ ਨੂੰ ਹਰਾਇਆ ਸੀ ਤੇ ਉਹਨਾਂ ਨੂੰ ਵੀ ਹਾਈ ਕੋਰਟ ਦੇ ਵੱਲੋਂ ਜਿਹੜਾ ਉਹ ਝਟਕਾ ਦਿੱਤਾ ਗਿਆ। ਹਾਈ ਕੋਰਟ ਦੇ ਵਿੱਚ ਉਹਨਾਂ ਨੇ ਆਪਣੀ ਜ਼ਮਾਨਤ ਜਿਹੜੀ ਹੈ ਉਹ ਲਾਈ ਸੀਗੀ ਔਰ ਜਿੱਥੇ ਹਾਈ ਕੋਰਟ ਨੇ ਝਟਕਾ ਜਿਹੜਾ ਵਿਜੇ ਸਿੰਗਲਾ ਨੂੰ ਦਿੱਤਾ ਤੇ ਉੱਥੇ ਵਿਜੇ ਸਿੰਗਲਾ ਦੇ ਵਕੀਲ ਨੇ ਜਿਸ ਤਰੀਕੇ ਦੇ ਨਾਲ ਉੱਥੇ ਆਪਣਾ ਪੱਖ ਰੱਖਿਆ, ਉਸ ਤੋਂ ਭਗਵੰਤ ਮਾਨ ਵੀ ਜਿਹੜੇ ਆ ਫਸਦੇ ਦਿਖਾਈ ਦੇ ਰਹੇ ਨੇ। ਕਿਵੇਂ ਫਸਦੇ ਦਿਖਾਈ ਦੇ ਰਹੇ ਨੇ, ਕਿਵੇਂ ਸਰਕਾਰ ਫਸਦੀ ਦਿਖਾਈ ਜਿਹੜੀ ਦੇ ਰਹੀ ਆ, ਉਹ ਮੈਂ ਅੱਗੇ ਚੱਲ ਕੇ ਦੱਸਦਾ। ਫਿਲਹਾਲ ਤੁਹਾਨੂੰ ਮੈਂ ਦੱਸ ਦਿੰਦਾ ਕਿ ਵਿਜੇ ਸਿੰਗਲਾ ਨੇ ਜਿਹੜੀ ਉਹ ਜ਼ਮਾਨਤ ਅਪਲਾਈ ਜਿਹੜੀ ਆ ਉਹ ਕੀਤੀ ਸੀਗੀ ਤੇ ਉਹ ਜ਼ਮਾਨਤ ਅਪਲਾਈ ਕਰਨ ਤੋਂ ਬਾਅਦ ਹੁਣ ਪਤਾ ਲੱਗਿਆ ਕਿ ਉੱਥੇ ਜਿਹੜੀ ਸੁਣਵਾਈ ਹੋਈ ਉਹਦੇ ਵਿੱਚ ਵਿਜੇ ਸਿੰਗਲਾ ਦੇ ਵਕੀਲ ਨੇ ਇਹ ਗੱਲ ਕਹੀ ਕਿ ਵਿਜੇ ਸਿੰਗਲਾ ਜਿਹੜੇ 1 ਮਹੀਨੇ ਤੋਂ ਜੇਲ੍ਹ ਦੇ ਵਿੱਚ ਬੰਦ ਨੇ। ਵਿਜੇ ਸਿੰਗਲਾ ਨੇ ਨਾ ਤਾਂ ਕੋਈ ਕਰਪਸ਼ਨ ਦਾ ਹਾਲੇ ਤੱਕ ਪੁਲਿਸ ਦੇ ਕੋਲ ਇਲਜ਼ਾਮ ਕਬੂਲਿਆ ਔਰ ਨਾ ਹੀ ਵਿਜੇ ਸਿੰਗਲਾ ਦੇ ਖਿਲਾਫ ਕੋਈ ਕਿਸੇ ਕਿਸਮ ਦੀ ਜਿਹੜੀ ਹੈ ਉਹਨਾਂ ਦੇ ਕੋਲ ਜਾਂ ਆਪਾਂ ਕਹਿ ਲਈਏ ਕੋਈ ਸਬੂਤ ਹੈ, ਨਾ ਹੀ ਵਿਜੇ ਸਿੰਗਲਾ ਤੋਂ ਕੋਈ ਪੈਸਾ ਰਿਕਵਰ ਹੋਇਆ। ਇਹ ਜਿਹੜੀਆਂ ਗੱਲਾਂ ਵਿਜੇ ਸਿੰਗਲਾ ਦੇ ਵਕੀਲ ਜਿਹੜੇ ਆ ਉੱਥੇ ਕਹਿੰਦੇ ਦਿਖਾਈ ਦਿੱਤੇ। ਹਾਲਾਂਕਿ ਹੋਰ ਵੀ ਬਹੁਤ ਸਾਰੀਆਂ ਗੱਲਾਂ ਕਹਿੰਦੇ ਉੱਥੇ ਹੋਈਆਂ ਨੇ ਬਹਿਸ ਦੇ ਵਿੱਚ। ਇਹ ਵਿਜੇ ਸਿੰਗਲਾ ਦੇ ਵਕੀਲ ਨੇ ਆਪਣਾ ਜਿਹੜਾ ਉਹ ਪੱਖ ਰੱਖਿਆ। ਉਹ ਕਹਿੰਦੇ ਕਿ ਮੇਰੇ ਜਿਹੜੇ ਕਲਾਇੰਟ ਨੇ ਵਿਜੇ ਸਿੰਗਲਾ, ਉਹਨਾਂ ਦੇ ਕੋਲੋਂ ਨਾ ਕੋਈ ਪੈਸਾ ਰਿਕਵਰ ਹੋਇਆ, ਨਾ ਇਲਜ਼ਾਮ ਕਬੂਲਿਆ ਔਰ ਨਾ ਹੀ ਕੋਈ ਠੋਸ ਜਿਹੜਾ ਉਹ ਕਹਿੰਦੇ ਸਬੂਤ ਹੈ, ਇਸ ਕਰਕੇ ਉਹਨਾਂ ਨੂੰ ਜਿਹੜੀ ਜ਼ਮਾਨਤ ਦਿੱਤੀ ਜਾਵੇ। ਪਰ ਉਧਰੋਂ ਪੰਜਾਬ ਸਰਕਾਰ ਦੇ ਵਕੀਲ ਨੇ ਇਸ 'ਤੇ ਇਤਰਾਜ਼ ਜਤਾਇਆ ਔਰ ਇਤਰਾਜ਼ ਜਤਾਉਣ ਤੋਂ ਬਾਅਦ ਉਹਨੇ ਆਪਣੀ ਜਿਹੜੀ ਹੈ ਆਪਣੇ ਵੱਲੋਂ ਜਿਹੜੇ ਜੋ ਕੁਝ ਸ਼ਾਮਲ ਕਰਨਾ ਸੀਗਾ, ਜਿਹੜਾ ਦੇਣਾ ਸੀ, ਉਹਨਾਂ ਨੇ ਆਪਣੇ ਵੱਲੋਂ ਜਿਹੜਾ ਸਾਰਾ ਖਾਕਾ ਉਹ ਦਿੱਤਾ। ਸਟੇਟਸ ਰਿਪੋਰਟ ਜਿਹੜੀ ਹੈ ਉਹ ਦਾਇਰ ਕਰ ਦਿੱਤੀ ਹੈ, ਜਿਹਦੇ 'ਤੇ ਹਾਈ ਕੋਰਟ ਨੇ ਕਿਹਾ ਕਿ ਉਹ ਸਰਕਾਰ ਦਾ ਪੱਖ ਦੇ ਕੇ ਫੈਸਲਾ ਲੈਣਗੇ ਤੇ ਇਸ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਆ ਉਹ 4 ਜੁਲਾਈ ਨੂੰ ਹੋਊਗੀ। ਔਰ ਦੂਜੇ ਪਾਸੇ ਇਹ ਵੀ ਗੱਲ ਹੈ ਕਿ ਹਾਈ ਕੋਰਟ ਦੇ ਵਿੱਚ ਸਿੰਗਲਾ ਦੇ ਵਕੀਲ ਨੇ ਕਿਹਾ
कि रिकॉर्डिंग दे विच जो आवाज़ सबूत वजों दसी जा रही है वो स्पष्ट नहीं है। ਸਿੰਗਲਾ ਪਹਿਲਾਂ ही अपनी आवाज़ का नमूना ਕਹਿੰਦੇ ਆ ਉਹ ਦੇ ਚੁੱਕੇ ਨੇ। ਉਹਨਾਂ ਕੋਲੋਂ ਪੈਸੇ ਦੀ ਬਰਾਮਦਗੀ ਦਾ ਕੋਈ सबूत नहीं है। हालांकि हाई कोर्ट ने यह मामला विवादपूर्ण दसिया। उन्होंने कहा कि इस पूरे मामले के अंदर जिहड़ी है सरकार का भी पक्ष जानना जरूरी है, क्योंकि कंट्रोवर्शियल मामला हैगा, विवादपूर्ण मामला हैगा, ये सरकार का पक्ष जानना जरूरी है। तो सरकार की कहती है वो जानने तो बाद ही 4 जुलाई नूं इस जमानत की अर्जी के उपर जिहड़ा वो फैसला लै सकणगे। हुण भगवंत मान नूं किस तरीके दे नाल फसाया वो मैं गल जिहड़ी है वो दस देना। देखो, पहला छोटेपुर के उपर आम आदमी पार्टी ने इल्जाम लाए कि साडे कोले पुख्ता जिहड़े सबूत है, छोटेपुर ने टिकटां के बदले साडे कुछ वलंटीयरां तो पैसे मंगे और टिकटां के बदले पैसे मंगे और असीं उन्हां नूं पार्टी दे विचों कढ रहे हैं। और ये मामला तकरीबन 2016 का जदों वोटां होण तो पहलां दीआं ते जदों ये मामला होया तो छोटेपुर ने सीधे तौर पर केजरीवाल नूं, भगवंत मान नूं और आम आदमी पार्टी नूं सीधे तौर पर चैलेंज किया कि भाई जे मेरे खिलाफ कोई सबूत है तो तुसीं जनतक करो। अज तक आम आदमी पार्टी ने सुच्चा सिंह छोटेपुर के खिलाफ कोई सबूत जनतक नहीं किया, जबकि वो थापियां मारते रहे केजरीवाल नूं, भगवंत मान नूं, पूरी की पूरी आम आदमी पार्टी नूं सीधे तौर पर थापियां मारते रहे कि जे मेरे खिलाफ कोई सबूत है तो दसो। सीधे तौर पर इन्हां दे खिलाफ भी बोलते रहे। भगवंत मान दियां भी वो गल्लां उन्होंने दसदियां जिहड़ियां जनता दे विच नहीं सी दस्सण वालियां, पर फिर भी भगवंत मान दा पता नहीं सबर किहो जिहा, भगवंत मान दा पता नहीं मन किहो जिहा, उन्हां दा गुस्सा जिहड़ा वो फुटिया ही नहीं। तो जे एडी गल सी, एडा वो थापियां मारे सी, तो वो सबूत जिहड़ा वो दे दिंदे। और दूजी गल ये भी है कि हुण तां ਉਹ आम आदमी पार्टी के खिलाफ अकाली दल के वलों चोण भी लड़ चुके सुच्चा सिंह छोटेपुर, और फिर भी जदों पार्टी के खिलाफ इलैक्शन लड़े फिर भी जिहड़े आ इन्हां दे वलों कोई सबूत जिहड़ा नहीं दिता गया, कुछ भी जिहड़ा वो नहीं दिखाया गया कि सुच्चा सिंह छोटेपुर की आ जिहड़ी आ वो गलती सी। फिर उस तो बाद फड़िया गया, इस बार सरकार बनने तो बाद, मंत्री बनने तो बाद विजय सिंगला नूं फड़िया गया। विजय सिंगला कहते कि मेरे खिलाफ साजिश है, भगवंत मान कहते मेरे को सबूत है। विरोधी धिरां ये गल लगातार कह रही सी कि जे तुहाडे कोल सबूत है तो जनतक कर दो, लोकां नूं भी पता लगना चाहिए, पंजाब के लोकां नूं भी पता लगना चाहिए, मानसे के लोकां नूं पता लगना चाहिए कि असीं किहो जिहा नुमाइंदा जिहड़ा वो चुनिया, उहदी जिहड़ी आ कोई जे तुहाडे कोले सबूत हैगी आ, कोई आवाज़ है, कोई वीडियो है, वो जनतक करो। और भगवंत मान ने फिर भी जिहड़ी वो चीज़ जनतक नहीं की, जिस तो विरोधी सवाल चुकते रहे कि शायद भगवंत मान होना ने जिहड़ी चोण दे लई, जिमनी चोण दे लई ये स्टंट खेडिया, जानबुझ के एक कां मार के टंगण की कोशिश है। जिहड़ी भगवंत मान की सरकार का फेल्यूअर लोगों के सामने आ रहा सी, उस फेल्यूअर तो बचण दे लई, उस हवा नूं बदलण दे लई, अपने खिलाफ उठ रही आवाज़ां नूं दबाउण दे लई जिहड़ियां वो इस मंत्री के उपर कार्रवाई की गई। इस तरीके के इल्जाम विरोधी धिरां लंघाउंदियां रहियां और फिर भी भगवंत मान होरां ने जिहड़ी वो वीडियो जारी नहीं की, जिसते कई तरीके के सवाल जिहड़े उठते सी। और असीं भी कहने आ कि जे वाकई इहो जिहा कोई सबूत हैगा तो तुहानूं जारी कर देना चाहिए। देखो, मंत्री तुसीं फड़ लिया, मंत्री तुसीं फड़ लिया, बहुत वधिया काम कीता, भगवंत मान दी तरीफां होईयां कि यार कोई भी मंत्री जिहड़ा मुख मंत्री है, कोई भी अपने किसी छोटे वर्कर ते भी कार्रवाई नहीं करता, मंत्री तो करनी की है। मैं हुण थोड़ी देर पहला भी प्रोग्राम दे विच कह के हटिया कि कैप्टन अमरिंदर सिंह जिहड़े आ वो अपनी जेब दे विच क्लीन चिट्टां ही पाई रखते सी। बेशक उन्हां दे मंत्री माड़े सी चंगे सी, वो क्लीन चिट्टां ही देई जांदे सी सारिआं नूं, पर यह बहुत वधिया एक कदम सी, इतिहास रचा सी भगवंत सिंह मान होरां ने कि अपने ही मंत्री नूं जिहड़ा उन्हां ने फड़िया सीगा। तां वो मंत्री फड़े जाण तो बाद जिथे वाह वाह हुई तो उत्थे जे तुसी सबूत भी जनतक कर दिंदे तो वो तुहाडे खिलाफ होर भी जिहड़ी आ वाही वाही होनी सी। और जिहड़े विरोधी बोलदे सी तुहाडे खिलाफ कि सबूत तुसी जनतक क्यों नहीं कर रहे, तो उन्हां दीआं भी जिहड़ियां आवाज़ां बंद जिहड़ियां वो हो जाणियां सी। और हाई कोर्ट दे विच जाके भी हुण जिहड़ी है उन्हां दे वकील ये गल्लां कह रहे ने कि मेरे क्लाइंट के खिलाफ कोई सबूत नहीं, मेरे क्लाइंट ने पुलिस के कोल कोई भी जुर्म नहीं कबूलिया, मेरे क्लाइंट के कोलों किसी भी किस्म का कोई रुपया जिहड़ा वो बरामद नहीं होया। और नाल ही नाल उन्होंने कहा कि विजय सिंगला जिहड़े आ वो अपनी आवाज़ का नमूना दे चुके ने, और जिहड़ा नमूना ये गल्लां कह रहे ने वो जिहड़ा नमूना वो जिहड़ा बिल्कुल गलत है।
ਇਹ ਜਿਹੜੀਆਂ ਗੱਲਾਂ ਉਹਨਾਂ ਦੇ ਵੱਲੋਂ ਕਹੀਆਂ ਗਈਆਂ ਕਿ ਉਹ ਆਵਾਜ਼ ਹੀ ਜਿਹੜੀ ਹੈ ਉਹ ਨਹੀਂ ਹੈਗੀ। ਤਾਂ ਇਹ ਜਿਹੜੀਆਂ ਗੱਲਾਂ ਕਹੀਆਂ ਗਈਆਂ, ਭਗਵੰਤ ਮਾਨ ਜਿਹੜਿਆ ਇਸ ਤੇ ਥੋੜ੍ਹੇ ਜਿਹੇ ਸ਼ੰਕੇ ਜ਼ਾਹਰ ਲੋਕਾਂ ਦੇ ਮਨਾਂ ਦੇ ਵਿੱਚ ਹੋ ਰਿਹਾ ਕਿ ਕਿਤੇ ਵਾਕਈ ਜਿਹੜੀਆਂ ਵਿਰੋਧੀ ਧਿਰਾਂ ਸਵਾਲ ਚੁੱਕਦੀਆਂ ਰਹੀਆਂ ਨੇ ਕਿ ਜਾਣਬੁੱਝ ਕੇ ਫਸਾਇਆ ਗਿਆ ਜਾਂ ਜਾਣਬੁੱਝ ਕੇ ਕਾਂ ਮਾਰ ਕੇ ਟੰਗਿਆ ਗਿਆ, ਕਿਤੇ ਕੋਈ ਸੱਚਤਾ ਨਹੀਂ। ਔਰ ਚਾਹੀਦਾ ਇਹ ਸੀ ਭਗਵੰਤ ਸਿੰਘ ਮਾਨ ਹੋਰਾਂ ਨੂੰ ਕਿ ਪਹਿਲਾਂ ਹੀ ਉਹ ਆਡੀਓ ਜਿਹੜੀ ਆ ਉਹ ਵਾਇਰਲ ਕਰ ਦਿੰਦੇ। ਫਿਲਹਾਲ ਇਸ ਪੂਰੇ ਮਾਮਲੇ ਦੇ ਉੱਪਰ 4 ਤਰੀਕ ਨੂੰ ਸੁਣਵਾਈ ਹੋਣੀ ਹੈ। ਸਟੇਟਸ ਰਿਪੋਰਟ ਜਿਹੜੀ ਹੈ ਉਹ ਪੰਜਾਬ ਸਰਕਾਰ ਨੇ ਦਾਖਲ ਕੀਤੀ ਹੈ ਤੇ ਉਸ ਸਟੇਟਸ ਰਿਪੋਰਟ ਨੂੰ ਦੇਖ ਕੇ ਕਿ ਹਾਈ ਕੋਰਟ ਪੰਜਾਬ ਸਰਕਾਰ ਦੇ ਨਾਲ ਸੰਤੁਸ਼ਟੀ ਜਤਾਉਂਦਾ ਹੈ ਜਾਂ ਨਹੀਂ ਜਤਾਉਂਦਾ, ਇਹ ਵੀ ਜਿਹੜੀ ਹੈ ਗੱਲ ਦੇਖਣ ਵਾਲੀ ਹੋਊਗੀ। ਜਿਹੜੀ ਆਵਾਜ਼ ਦਾ ਨਮੂਨਾ ਜਿਹੜਾ ਪੇਸ਼ ਕੀਤਾ ਗਿਆ ਕਿ ਉਸ ਨਮੂਨੇ ਨੂੰ ਦੇਖਦਿਆਂ ਕਿਸੇ ਕਿਸਮ ਦੀ ਜਿਹੜੀ ਸੰਤੁਸ਼ਟੀ ਹਾਈ ਕੋਰਟ ਨੂੰ ਹੁੰਦੀ ਹੈ ਜਾਂ ਨਹੀਂ ਹੁੰਦੀ, ਜਾਂ ਕਿਹਦੇ ਪੱਖ ਦੇ ਵਿੱਚ ਸੰਤੁਸ਼ਟੀ ਜਿਹੜੀ ਹੋਊਗੀ ਉਹ ਤਾਂ 4 ਜੁਲਾਈ ਨੂੰ ਪਤਾ ਲੱਗੂਗਾ। ਪਰ ਸਬੂਤ ਦੇ ਵਜੋਂ ਜਿਹੜੀਆਂ ਗੱਲਾਂ ਕਹੀਆਂ ਜਾ ਰਹੀਆਂ ਸੀ ਉਹਨਾਂ ਪੂਰੇ ਮਾਮਲਿਆਂ ਦੇ ਵਿੱਚ ਸਰਕਾਰ ਦੇ ਖਿਲਾਫ, ਭਗਵੰਤ ਮਾਨ ਦੇ ਖਿਲਾਫ ਕਈ ਕਿਸਮ ਦੇ ਜਿਹੜੇ ਲੋਕਾਂ ਦੇ ਮਨ ਦੇ ਅੰਦਰ ਖਦਸ਼ੇ ਜਿਹੜੇ ਉੱਠ ਰਹੇ ਸੀ ਉਹ ਹੁਣ ਹੋਰ ਪੱਕੇ ਹੋਣੇ ਜਿਹੜੇ ਆ ਉਹ ਸ਼ੁਰੂ ਹੋ ਗਏ ਨੇ। ਹੁਣ ਦੇਖਣਾ ਹੈ ਕਿ 4 ਜੁਲਾਈ ਨੂੰ ਜਿਹੜਾ ਉਹ ਕੀ ਫੈਸਲਾ ਆਉਂਦਾ ਹੈ, ਕਿ ਵਾਕਈ ਭਗਵੰਤ ਮਾਨ ਹੋਰੀ ਜਿਹੜੇ ਉਸ ਆਡੀਓ ਨੂੰ ਸਹੀ ਠਹਿਰਾ ਪਾਉਂਦੇ ਆ ਜਾਂ ਨਹੀਂ ਠਹਿਰਾ ਪਾਉਂਦੇ, ਜਾਂ ਫਿਰ ਵਿਜੇ ਸਿੰਗਲਾ ਜਿਹੜੇ ਆ ਕਿਸੇ ਤਰੀਕੇ ਦੇ ਨਾਲ ਬਚ ਕੇ ਉੱਥੋਂ ਨਿਕਲ ਆਉਣਗੇ। ਇਹ ਤਾਂ 4 ਜੁਲਾਈ ਨੂੰ ਪਤਾ ਲੱਗੂਗਾ। ਪਰ ਫਿਲਹਾਲ ਇਹ ਖਬਰਾਂ ਤੇ ਵਿਸਤਾਰਪੂਰਵਕ ਅਸੀਂ ਚਰਚਾ ਤੁਹਾਡੇ ਨਾਲ ਕੀਤੀ ਹੈ ਔਰ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਸਾਡਾ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਊ। ਦੁਬਾਰਾ ਫਿਰ ਮਿਲਾਂਗੇ ਇਸ ਪ੍ਰੋਗਰਾਮ ਦੇ ਵਿੱਚ, ਤਦ ਤੱਕ ਲਈ ਦਿਓ ਇਜਾਜ਼ਤ। ਧੰਨਵਾਦ।